ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦਾਂ ਤੇ ਛੰਤਾਂ ਦੇ ਸਿਰਲੇਖਾਂ ਵਿੱਚ ਵਿਸ਼ੇਸ਼ ਕਰਕੇ ਘਰ ਦਾ ਜੋ ਸਿਰਲੇਖ ਹੁੰਦਾ ਹੈ, ਇਸ ਦਾ ਸੰਬੰਧ ਜੋ ਗੁਰਬਾਣੀ ਦੀਆਂ ਤੁਕਾਂ ਉਸ ਸ਼ਬਦ ਔਰ ਛੰਤ ਵਿੱਚ ਹੈਗੀਆਂ, ਉਸ ਨੂੰ ਸਮਝਣਾ ਕਿਵੇਂ ਹੈ ਔਰ ਹਰ ਤੁਕ ਵਿੱਚ ਕਿੰਨੇ ਭਾਗ ਨੇ, ਹਰ ਤੁਕ ਦੀ ਦੇ ਵਿਸ਼ਰਾਮ ਕੀ ਨੇ ਔਰ ਹਰ ਤੁਕ ਵਿੱਚ ਸਾਨੂੰ ਸੁਨੇਹਾ ਕੀ ਮਿਲ ਰਿਹਾ ਹੈ ਔਰ ਸਾਰੇ ਪਦੇ ਦਾ ਸਾਨੂੰ ਤਤ ਗੁਰਮਤਿ ਸੇਧ ਕੀ ਹੈ। ਤੋ ਇਸ ਦਾ ਉਸ ਦੇ ਨਾਲ ਸਿੱਧਾ ਸੰਬੰਧ ਹੈ ਕਿ ਉੱਪਰ ਜੋ ਘਰ ਲਿਖਿਆ, ਜਿਹੜੇ ਆਹ ਵਾਲੇ ਵਿਸ਼ੇਸ਼ 4 ਨਿਰਦੇਸ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਘਰਾਂ ਤੇ ਜੇ ਇਹ ਸ਼ਬਦਾਂ ਦੇ ਘਰਾਂ ਤੇ ਛੰਤਾਂ ਦੇ ਘਰਾਂ ਦੇ ਉੱਪਰ ਇੱਕ ਵਿਸ਼ੇਸ਼ ਉਹਨਾਂ ਦੇ ਉੱਪਰ ਇੱਕ ਕੋਆਰਡੀਨੇਟਿੰਗ ਨਿਰਦੇਸ਼ ਨੇ ਕਿ ਜੇਕਰ ਯਾਨੜੀਏ ਕਹਿ ਕਰ ਗਾਵਣਾ ਹੈ ਤਾਂ ਇਹ ਸ਼ਬਦ ਦੇ ਉੱਪਰ ਲਿਖਿਆ ਹੋ ਸਕਦਾ ਹੈ ਤੇ ਇਸ ਦਾ ਜੋ ਯਾਨੜੀਏ ਹੈ ਉਹ ਕੋਈ ਛੰਤ ਹੋ ਸਕਦਾ ਹੈ। ਤੋ ਇਹ 4 ਨਿਰਦੇਸ਼ ਵਿਸ਼ੇਸ਼ ਕਰਕੇ ਛੰਤਾਂ ਤੇ ਸ਼ਬਦਾਂ ਨੂੰ ਕੋਆਰਡੀਨੇਟ ਕਰਦੇ ਆ। ਅਸੀਂ ਇਸ ਦੀ ਵਿਚਾਰ ਸ਼ੁਰੂ ਕਰਦੇ ਹਾਂ। ਯਾਨੜੀਏ ਕਹਿ ਕਰ ਗਾਵਣਾ, ਇਹ ਕਿੱਥੇ ਹੈ ਸਿਰਲੇਖ? ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 802 ਤੇ ਇੱਕ ਸ਼ਬਦ ਹੈ। ਸ਼ਬਦ ਦੇ ਸਿਰਲੇਖ ਵਿੱਚ ਲਿਖਿਆ ਹੈ ਕਿ ਯਾਨੜੀਏ ਕਹਿ ਕਰ ਗਾਵਣਾ, ਔਰ ਇਸ ਦੇ ਵਿੱਚ ਇਹ ਸਾਰਿਆਂ ਹੁਣ ਤੱਕ ਦੇ ਜਿਹੜੇ ਫਰਮਾਨ ਨੇ, ਜਿਹੜੇ ਅਸੀਂ 3 ਪਹਿਲਾਂ ਵਿਚਾਰੇ ਨੇ, ਉਹਨਾਂ ਤੋਂ ਇਸ ਕਰਕੇ ਹਟ ਕੇ ਹੈ ਕਿਉਂਕਿ ਇਸ ਦੇ ਵਿੱਚ ਨਾ ਸਿਰਫ ਇਹ ਗੱਲ ਕਹੀ ਗਈ ਹੈ ਕਿ ਯਾਨੜੀਏ ਕਹਿ ਕਰ ਗਾਵਣਾ, ਬਲਕਿ ਇਸ ਸਿਰਲੇਖ ਦੇ ਵਿੱਚ ਘਰ ਵੀ ਅੰਕਿਤ ਕਰਤਾ ਹੈ। ਜੋ ਇਹ ਸਿਰਲੇਖ ਹੈ ਅੰਗ 802 ਤੇ, ਇਸ ਅਨੁਸਾਰ ਗੁਰੂ ਸਾਹਿਬ ਸਾਨੂੰ ਇਹ ਤਾਂ ਕਹਿ ਹੀ ਰਹੇ ਹੈ ਕਿ ਇਸ ਸ਼ਬਦ ਨੂੰ ਯਾਨੜੀਏ ਕਹਿ ਕਰ ਗਾਵਣਾ, ਪਰ ਇਹ ਵੀ ਨਾਲ ਅੰਕੁਸ਼ ਲਾ ਰਹੇ ਹੈ ਕਿ ਇਹ ਵਾਲਾ ਸ਼ਬਦ ਘਰ ਦੂਜੇ ਵਿੱਚ ਹੈ। ਤਾਂ ਹੁਣ ਤੱਕ ਦੇ ਜਿੰਨੇ ਅਸੀਂ ਨਿਰਦੇਸ਼ 4 ਵਿਸ਼ੇਸ਼ ਨਿਰਦੇਸ਼ ਕੀਤੇ ਨੇ, ਉਹਨਾਂ ਸਾਰਿਆਂ ਵਿੱਚ ਇਹ ਖੁੱਲ੍ਹ ਸੀ ਕਿ ਤੁਸੀਂ ਇਸ ਚੀਜ਼ ਨੂੰ ਦੇਖੋ ਕਿ ਇਹ ਉਹਦੇ ਘਰ ਚ ਗਾਓ ਤੇ ਘਰ ਉਸ ਜਿਹੜਾ ਹੈਗਾ ਉਹ ਆਪਣੇ ਆਪ ਉਸ ਨੂੰ ਵਿਧਾਨ ਦੇ ਅਨੁਸਾਰ ਸਥਾਪਿਤ ਕਰੋ। ਪਰ ਇੱਥੇ ਹੁਣ ਅੰਕੁਸ਼ ਵੀ ਲੱਗਿਆ। ਅੰਕੁਸ਼ ਇਹ ਹੈ ਕਿ ਇਸ ਸ਼ਬਦ ਨੂੰ ਯਾਨੜੀਏ ਕਹਿ ਕਰ ਗਾਵਣਾ ਹੈ, ਪਰ ਉਹ ਵਾਲਾ ਯਾਨੜੀਏ ਦਾ ਘਰ ਦੂਜਾ ਹੋਣਾ ਚਾਹੀਦਾ ਹੈ। ਔਰ ਇਹ ਜਿਸ ਸ਼ਬਦ ਦੇ ਉੱਪਰ ਲਿਖਿਆ ਹੈ, ਇਹ ਵੀ ਇਹਨੂੰ ਤੇ ਘਰ ਦੂਜੇ ਚ ਕਹਿ ਹੀ ਦਿੱਤਾ, ਪਰ ਇਹ ਵੀ ਕਹਿਤਾ ਯਾਨੜੀ ਕਹਿ ਕਰ ਗਾਵਣਾ। ਹੁਣ ਯਾਨੜੀਏ ਦਾ ਘਰ ਲੱਭਿਆ ਜਾਏ, ਯਾਨੜੀ ਦਾ ਸ਼ਬਦ ਜਾਂ ਛੰਤ ਲੱਭਿਆ ਜਾਏ ਔਰ ਉਸ ਨੂੰ ਵੀ ਘਰ ਦੂਜੇ ਵੀ ਸਥਾਪਿਤ ਕੀਤਾ ਜਾਏ। ਤੋ ਇਹ ਇਸ ਕਰਕੇ ਇਹ ਆਖਰੀ ਜੋ ਨਿਰਦੇਸ਼ ਹੈ, ਵਿਸ਼ੇਸ਼ ਨਿਰਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੇ ਘਰ ਨੂੰ ਲੈ ਕੇ, ਤੋ ਇਸ ਪ੍ਰਥਾਏ ਇਸ ਦਾ ਥੋੜਾ ਜਿਹਾ ਵਿਲੱਖਣਤਾ ਹੈ। ਹੁਣ ਕਿਉਂ ਜੋ ਗੁਰੂ ਸਾਹਿਬ ਨੇ ਸਿਰਲੇਖ ਵਿੱਚ ਪਹਿਲਾਂ ਹੀ ਦਰਜ ਕਰ ਦਿੱਤਾ ਘਰ ਦੂਜਾ, ਇਸ ਕਰਕੇ ਅਸੀਂ ਜੋੜਾ ਦੋਨੇ ਹੁਣ ਸ਼ਬਦ ਹੋਣਗੇ, ਛੰਤ ਹੋਣਗੇ, ਇਹ ਘਰ ਦੂਜੇ ਵਿੱਚ ਹੀ ਹੋਣੇ ਚਾਹੀਦੇ ਨੇ। ਹੁਣ ਕਿਉਂਕਿ ਜੋ ਇਹ ਨਿਰਦੇਸ਼ ਹੈ ਅੰਗ 800 ਦੇ ਤਾਂ ਗੁਰੂ ਸਾਹਿਬ ਨੇ ਸੁਭਾਇਮਾਨ ਹੀ ਕਰਤਾ ਕਿ ਇੱਕ ਸਵਾਨ ਯਾਨੜੀਏ ਕਹਿ ਕਰ ਗਾਵਣਾ। ਇਸ ਦਾ ਭਾਵ ਹੈ ਕਿ ਜੋ ਵੀ ਇਹ ਸ਼ਬਦ ਹੈ ਯਾਨੜੀਏ ਜਾਂ ਇਸ ਦਾ ਕੋਈ ਨਿਕਟਵਰਤੀ ਸ਼ਬਦ ਹੈ, ਉਸ ਦਾ ਉਹ 802 ਤੋਂ ਪਹਿਲੇ ਹੋਣਾ ਚਾਹੀਦਾ। ਤੋ ਅਸੀਂ 802 ਤੋਂ ਪਹਿਲੇ ਜਦੋਂ ਸਾਰੇ ਦੇਖਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਯਾਨੜੀਏ ਸ਼ਬਦ ਕਿਸੇ ਵੀ ਸ਼ਬਦ ਜਾਂ ਛੰਤ ਵਿੱਚ, ਕਿਸੇ ਬਾਣੀ ਵਿੱਚ ਯਾਨੜੀਏ ਸ਼ਬਦ ਮੌਜੂਦ ਹੀ ਨਹੀਂ ਹੈ। ਫਿਰ ਯਾਨੜੀਏ ਦਾ ਨਿਕਟਵਰਤੀ ਸ਼ਬਦ ਯਾਨੜੀਏ ਹੈ। ਤੋ ਯਾਨੜੀਏ ਦਾ ਨੂੰ ਅਸੀਂ ਜਦੋਂ ਪ੍ਰੋਨਾਉਂਸ ਕਰਦੇ ਹਾਂ ਤਾਂ ਯਾਨੜੀਏ ਇੱਕ ਦੂਜੇ ਨਾਲ ਓਵਰਲੈਪ ਕਰਦੇ ਆ।
यानड़ीए कह कर गावना, यानड़ीए कह कर गावना दे वजों ये निकटवर्ती चलता है। तो इसका इशारा, पर यानड़ीए शब्द साडे पास है। तो यानड़ीए मानड़ा काहे करे, ये अंग 722 ते सुशोभित एक छंत है। हुण ये जो छंत है, ये भी घर दूजे विच होना चाहिए। घर दूजे दे जिहड़े छंत ने वो वख-वख जिहड़े छंत असी जो छंतां दी लंबेरी विचार हुंदी है तां असी देख सकते हां, पर जो घर दूजे दे छंत ने ये 5 तुके भी हो सकते ने, 6 तुके भी हो सकते ने ते 7 तुके छंत भी हो सकते ने। श्री गुरु ग्रंथ साहिब विच छंत 3 तुकां तो लैके 8 तुकां तक हुंदे ने, पर जिहड़ी एक स्टैंडर्ड है वो 6 तुके दा छंत हुंदा है, पर जिहड़ी ओदी वेरिएशन है वो 3 तुकां तो लैके 29 तुके छंत ते 8 तुके तक छंत हो सकते ने। जिहड़ा छंत हुण असीं दूजे घर दी गल करदे हां तां इहदा मतलब होया छंत घर दूजा। एक छंतां दे घर शब्दां दे घर तो भिन्न ने। शब्द दे सारे घर होने तो बाद छंत घर पहला फिर तो शुरू हो जाता है। छंत घर पहला, छंत घर दूजा, छंत घर तीजा, इउं साडे कोल 8 छंतां दे घर भी ने। इत्थे गुरु साहब ने जदों कहा कि यानड़ीए कह कर गावना, ते यानड़ीए तो इशारा होया यानड़ीए मानड़ा काहे करे। तो ये यानड़ीए मानड़ा काहे करे है, ये है छंत। तो क्योंकि उथों गल गुरु साहब ने तोरी जदों सी उदों ही घर दूजा लिखता सी, तो ये जो छंत है ये छंत घर दूजा हो गया। छंत घर दूजा 5 तुके, 6 तुके ते 7 तुके हो सकते। 6 तुके तो सारे छंतां च ने। छंत घर पहला भी 6 तुके है, दूजा भी 6 तुके है, ते सारे छंतां विच 6 तुके हो सकते ने। पर छंत घर दूजे विच 5 तुकां, 6 तुकां ते 7 तुकां दे छंत हुंदे ने। पर 5 तुकां दे छंत ते 7 तुकां दे छंत ये केवल छंत घर दूजे विच ही हुंदे ने। तो जे तां छंत विच केवल 5 तुकां ने, ये भी छंत घर दूजे दा हो गया। जे छंत विच 7 तुकां ने ते ये भी केवल छंत घर दूजे दा हो गया। पर जे छंत घर 6वें ते फिर सानू देखना पेगा कि इस दियां तुकां विच घर किन्ने ने। तो एक बार दोबारा करिए, छंत घर दूजे विच 3 तरह दे छंत हुंदे ने, जां 5 तुकां वाले, या 6 तुकां वाले, या 7 तुकां वाले। 5 तुकां वाला छंत केवल छंत घर दूजे विच हुंदा है। ते जेकर हुण असीं देखदे हां कि इस घर नूं आपां अगे लैके जाइए कि जिहड़ी गुरु साहब ने सानू जिस राह ते तोरिया कि इस शब्द नूं इत्थों चुको ते यानड़ीए कह कर गावना च जाके देखो, ते ओदे च असीं यानड़िया मानड़ा काहे करे 802 तो पहला 722 ते जदों आने आ तां साडे कोल ये जो जिहदे शब्द दे उपर सिरलेख है उहदा पहला रहाओ ते पहला पदा इस तरह है, राग बिलावल महला 5वां घर दूजा यानड़ीए कह कर गावना एक ओंकार सतगुर प्रसाद। इस शब्द का पहला पदा रहाओ दा पदा है, मैं मन तेरी टेक मेरे प्यारे, मैं मन तेरी टेक अवर सियाणपा बिरथिया प्यारे राखन को तुम एक। ये रहाओ दा पदा है। ते उस तो बाद पहला शब्द ये पदा आपां विचारांगे, क्योंकि इस शब्द नूं विचारण तो पहला सानू पहले देखना है कि जिहड़ा शब्द पातशाह ने उत्ते सानू निर्देश कीता है कि इस शब्द नूं यानड़ीए कह कर गावना, ते यानड़ीए दा पहले घर असीं देखिए, इसलिए यानड़ी कोल जाने आ। ते 802 तो पहले जदों असीं इहदा निकटवर्ती शब्द देखदे हां ते साडे कोल आंदा है यानड़ी मानड़ा काहे करे। तो ये 722 ते जदों असीं शब्द विच जाने आ ते ये हुण निकलिया छंत। छंत दे विच और शब्द दे विच मुख तौर ते फर्क की है? छंत की ने ते शब्द की ने? छंतां दे विच रहाओ दा पदा नहीं हुंदा, पहली गल। शब्दां विच हो सकदा है ते नहीं हो सकदा, हुंदा भी है ते नहीं भी हुंदा, पर छंतां विच नहीं हुंदा। तो ये साडे कोल एक छंत है, और शब्द दे एक तुक विच
एक घर भी हो सकता है, दो भी हो सकते ने, तीन भी हो सकते ने, चार भी हो सकते ने, पांच भी हो सकते ने, 6 7 ਜਾਂ 8 घर भी हो सकते ने एक तुक विच। पर छंत विच कदी एक तुक जिहड़ी है ਉਹਦੇ ਵਿੱਚ ਇੱਕ ਘਰ, 2 ਘਰ ਜਾਂ 3 ਘਰ, ਕੇਵਲ ਆਹ ਘਰ ਹੁੰਦੇ ਨੇ। 3 ਤੋਂ ਵੱਧ ਘਰ ਛੰਤਾਂ ਦੇ ਤੁਕਾਂ ਵਿੱਚ ਨਹੀਂ ਹੁੰਦੇ। ਛੰਤ ਦੀਆਂ ਤੁਕਾਂ ਜਿਹੜੀਆਂ ਨੇ ਇੱਕ ਪਦੇ ਵਿੱਚ ਵੱਧ ਤੋਂ ਵੱਧ 8 ਹੋ ਸਕਦੀਆਂ ਨੇ, ਜਦ ਕਿ ਸ਼ਬਦ ਦੇ ਪਦੇ ਦੀ ਤੁਕਾਂ 22 ਤੱਕ ਹੋ ਸਕਦੀਆਂ। ਘਰ ਪਹਿਲੇ ਵਿੱਚ 22 ਤੁਕਾਂ ਹੋ ਸਕਦੀਆਂ, ਘਰ ਦੂਜੇ ਵਿੱਚ ਵੱਧ ਤੋਂ ਵੱਧ ਤੁਕਾਂ 20 ਹੋ ਸਕਦੀਆਂ। ਤੋ ਇਹ ਜਿਹੜੇ ਵਡੇਰੇ ਅੰਤਰ ਨੇ ਕਿ ਸ਼ਬਦ ਕੀ ਹੈ ਤੇ ਛੰਤ ਕੀ ਹੈ। ਛੰਤਾਂ ਕੀ ਜਤ ਜਿਹੜੀ ਹੈ, ਜਿਸ ਤਰ੍ਹਾਂ ਪਾਤਸ਼ਾਹ ਸਾਨੂੰ ਨਿਰਦੇਸ਼ਕ ਹੋਰ ਕਰਦੇ ਆ, ਛੰਤਾਂ ਕੀ ਜਤ, ਉਹ ਛੰਤਾਂ ਦੀ ਵਧੇਰੇ ਵਿਚਾਰ ਵਿੱਚ ਉਸ ਚੀਜ਼ ਨੂੰ ਅਸੀਂ ਅੱਗੇ ਦੇਖ ਸਕਦੇ ਹਾਂ ਜੀ। ਅਸੀਂ ਇਸ ਦੀ ਵਿਚਾਰ ਕਰ ਦੇਖੀਏ ਕਿ ਇਹ ਜੋ 722 ਅੰਗ ਤੇ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਕਿਹਾ, यानड़ी ਕਹਿ ਕਰ ਗਾਵਣਾ, यानड़िए मानड़ा काहे करे, पहली तुक आप नड़ै कर हर रंगों की न माने है, दूजी तुक सह नेड़ै तन कमलिए बाहर क्या ढूंढे है, तीजी तुक पै किया देह सलाइया नैनी भाव का कर सिगारो, आखिरी तुक ता सो हागण जानिए लागी जा सो तरे प्यारो। तो ਇਹ ਕੀ ਹੋਇਆ ਕਿ ਸਾਡੇ ਕੋਲ ਛੰਤ ਇੱਕ ਆ ਗਿਆ, ਜਿਹੜੀਆਂ 5 ਤੁਕਾਂ ਨੇ, ਤੇ 5 ਤੁਕਾਂ ਵਾਲਾ ਛੰਤ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਜਿੱਥੇ ਜਿੱਥੇ ਵੀ ਛੰਤ ਚ 5 ਤੁਕਾਂ ਹੋਣਗੀਆਂ, ਉਹ ਘਰ ਦੂਜੇ ਵਿੱਚ ਹੋਏਗਾ। ਤੋ ਗੁਰੂ ਸਾਹਿਬ ਨੇ ਜੋ ਇਹ ਨਿਰਦੇਸ਼ ਕੀਤਾ ਹੈ, ਇੱਥੇ ਵੀ ਆ ਕੇ ਫਿਰ ਉਹੀ ਗੱਲ ਰਲ ਗਈ ਨਾਲ ਕਿ ਗੁਰੂ ਸਾਹਿਬ ਨੇ ਸਾਨੂੰ ਕਹਿ ਕੇ ਤੋਰਿਆ ਕਿ ਇਹ ਵਾਲਾ ਜੋ ਛੰਤ ਹੈ, यानड़ी ਕਹਿ ਕਰ ਗਾਵਣਾ, ਰਾਗ ਬਿਲਾਵਲ ਮਹੱਲਾ ਪੰਜਵਾਂ, ਇਹ यानड़ी ਕਹਿ ਕਰ ਗਾਵਣਾ ਘਰ ਦੂਜੇ ਚ ਹੈ ਔਰ ਉਹ ਦੂਜੇ ਵਿੱਚ ਹੋਣਾ ਚਾਹੀਦਾ। ਤੋ ਅਸੀਂ ਜਦੋਂ ਉੱਥੇ ਗਏ ਤਾਂ ਸਾਡੇ ਕੋਲ ਇਹ ਛੰਤ ਤਿਲੰਗ ਮਹੱਲਾ ਪਹਿਲਾ ਵਿੱਚ ਛੰਤ ਆਇਆ ਜਦੋਂ, ਤੇ ਛੰਤ ਦੀਆਂ ਤੁਕਾਂ ਨਿਕਲੀਆਂ 5। ਘਰ ਦਾ ਭਾਵ ਕੀ ਹੈ? ਇੱਕ ਘਰ ਹੁੰਦਾ ਕੀ ਹੈ? ਹਰ ਹਰ ਨਾਮ ਜਪੋ ਮਨ ਮੇਰੇ, ਇਹ ਇੱਕ ਘਰ ਹੈ। यानड़िए मानड़ा काहे करे, एक घर है। तो इस तरह एक सुनेहा जे एक ओच निकलिया तो एक घर है, पर जदों एक घर दे नाल एक सुनेहा मिल जाए तो ये एक घरां दी चाल है। घर पहले विच हर सुनेहा एक घर, हर तुक विचों एक घर निकलता है, घर पहले दे शब्द विचों। पर घर दूजे का फर्क यह है कि हर सुनेहा 2 घरां दे मेल विचों पूरा होंदा है, अपने आप विच एक घर अद्धा पूरा सुनेहा नहीं है। तो यह घर दूजे ते घर पहले का मुख फर्क है। हुण इहदे विच सानू एक सुनेहा इक्को घर चों मिल गया, यानड़िए मानड़ा काहे करे, पर इस तरह घर दूजे विच नहीं होंदा। हुण घर दूजे विच ही आपां हैगे आ, पर घर दूजे दे छंत विच हैगे आ। ਜਦੋਂ ਘਰ ਦੂਜੇ ਦੇ ਸ਼ਬਦ ਵਿੱਚ ਜਾਵਾਂਗੇ ਤੇ 2-2 ਘਰਾਂ ਦਾ ਇੱਕ ਸੁਨੇਹਾ। ਹੁਣ ਅਸੀਂ ਜਦੋਂ ਵਾਪਸ ਸ਼ਬਦ ਤੇ ਜਾਵਾਂਗੇ ਇੱਥੇ ਆਪਾਂ ਇਸ ਨੂੰ ਦੇਖਾਂਗੇ। ਹੁਣ ਅਸੀਂ ਪਹਿਲਾ ਪਦਾ ਦੇਖਿਆ 5 ਤੁਕਾਂ ਤੋਂ ਇੱਕ ਛੰਤ ਹੈ ਔਰ 5 ਤੁਕਾਂ ਨੇ तो छंत कर दूजा। दूसरा पदा यानी बाली क्या करे साथ जातन कंत न पावे, करण पलाह करे बहुत तेरे सातन महल न पावे, विण कर्मा किछ पाइए नाही जे पौते रात आवे, लब लोभ अहंकार की माती माया माहे समाणी, इन्नी बाती सहो पाइए नाही पई कामण यानी। तो ये फिर 5 तुकां क्योंकि स्पष्ट ने, इस करके बहुता इहदी विचार च नहीं जांदे, आपां विचार कर लांगे वापस जिस शब्द दे सिरलेख विच है। कर दूजे दे शब्द ही विचार कर लांगे। ये छंत कर दूजा चल रहा है। छंत कर दूजा सिर्फ 5 तुकां होईयां ते स्पष्ट करके छंत कर दूजा हो जाता है। जे 6 तुकां वाला छंत होए उहदे च थोड़े देखने पैंदे ने घर, क्योंकि 6 तुकां कई छंतां दे घरां विच हैगीआं, तो उहदे च सानूं घर देखने पैंदे ने। इहदे विच इस 5 तुकां होईयां इस छंत कर दूजा। अगला पदा छंत दा जाए पुछो सुहागणी वाहे किन्नी बाती सो पाई है, जो कुछ करे सो भला कर मानिए हिकमत हुक्म चुकाइए, जाके प्रेम पदार्थ पाइए तो चरणी चित लाइए, सौ कहे सो कीजे।
ਹੁਣ ਇਹਦੇ ਚ ਜਿਹੜਾ ਨਾ ਛੰਤਾਂ ਦੇ ਵਿੱਚ ਘਰਾਂ ਦੇ ਵਿੱਚ ਵੱਧ ਤੋਂ ਵੱਧ ਘਰ ਇੱਕ ਤੁਕ ਵਿੱਚ 3 ਹੋਣੇ ਨੇ, ਪਰ ਜਦੋਂ ਵੀ ਛੰਤ ਵਿੱਚ 3 ਘਰ ਹੋਣਗੇ ਤਾਂ ਪਹਿਲੇ 2 ਘਰਾਂ ਦਾ ਚਲਨ ਇਸ ਤਰ੍ਹਾਂ ਦਾ ਹੋਏਗਾ ਕਿ ਉਸ ਦਾ ਉਚਾਰਨ ਇਸ ਤਰ੍ਹਾਂ ਦਾ ਹੋਏਗਾ, ਬਿਲਕੁਲ ਇੱਕਮਿਕ। ਹੁਣ ਕਿਸ ਤਰ੍ਹਾਂ ਇੱਕਮਿਕ ਹੋਇਆ? ਸੋ ਕਹੇ ਸੋ ਕੀਜੈ, ਤਨ ਮਨੋ ਦੀਜੈ, ਕੀਜੈ ਦੀਜੈ, ਐਸਾ ਪਰਮਨ ਲਾਗੇ। तो तीसरा कार्य एक होर होएगा नाल, दोनों का उच्चारण बिल्कुल इको जिहा होएगा। ये छंत का एक विशेष लक्षण है छंत का। 3 घर जदों 3 तो वध घर हो ही नहीं सकते, जदों भी 3 घर होणगे ते पहले 2 घर का उच्चारण बिल्कुल रलेगा। एव कह है सुहागणी भैणे, इन्नी बाती सो पाई है। तो ये 5 तुकां का तीजा पदा छंत का हो गया। चौथा पदा आखिरी पदा जो छंत का है, फिर आ गया 3 घर, आप गवाई है, ता सौ पाई है, और कैसी चतुराई। ये 3 घर नूं इस तरह इहदा गायन होएगा, इस तरह समझा जाएगा, इस तरह पाठ होएगा केवल छंत विच। 100 नदर कर देखै, 100 दिन लेखै, ये भी करती तीजे घर, 3 घर हो गए शब्द विच। इस तुक विच छंत दी किसी तुक विच 3 घर तो वध हो नहीं सकते, ते जदों भी 3 घर होणगे पहले दोने घरां दा उच्चारण बिल्कुल ओदे इक्को जिहा होएगा आखिरी अखर दा। 100 नदर कर देखै, 100 दिन लेखै, कामण नाउ नित पाई। ते जदों 2 घर होणगे, अपने कंत प्यारी सा सुहागण, नानक सा सबराई। पर जदों 3 घर होणगे, ऐसे रंग राती, सहज की माती, अहनस पाए समाणी। पर जदों इको घर होएगा, सुंदर साए स्वरूप पचखण, कहिए सा सयाणी। तो इस तरह ये, पर क्योंकि तुकां ही 5 ने, तो सीधा ये घर दे विधान अनुसार, खास करके घर छंतां दे घर दे विधान अनुसार एक घर दूजे दा हो गया। तो छंत घर दूजे ने गुरु साहब दा ये वाला निर्देश कि राग बिलावल महला 5वां, घर दूजा यानड़ी ये कहकर गावना। तो यानड़ी कह कर गावना च गुरु साहब ने छंतां दा घर भी सानू दसता, ये 5 तुकां वाला छंत घर दूजे दा है। और ये जो शब्द है, ये तो अच्छा घर दूजे च गुरु साहब ने लिखिया ही होया है, पर हुण तक जिन्ने निर्देश सीगे उस दे उपर सिरलेख विच जिहदे घर दे जिहड़े शब्द दे सिरलेख विच घर दर्ज पाशा करदे सी, उस दे ओदा घर डिक्लेयर नहीं करदे सी। वो कहंदे सी इत्थों लभो, एक स्वान कहकर गावना लभो। पर एक स्वान का शब्द जो से लभदे सीगे, एक स्वान दोए स्वानी नाल, उस दे उपर लिखिया होया है घर चौथा। उथों पता लग्या कि ये जो शब्द दे उपर लिखिया है, ये हुण घर चौथे च है। पर इस चौथे निर्देश विच आए जदों, जिहड़ा कि यानड़ी कहकर गावना है, इस दे विच पातशाह ने घर भी लिखता नाल भी जिस शब्द उपर लिखिया है ये दूजे च है, पर इसनूं यानड़ी कहकर गावना ओदे नाल भी मिलाओ। ते हुण असीं मिला के देखिया कि यानड़ी मानना काए करे छंत घर दूजे दा होया। ते और उस तो बाद ये जो शब्द है, हुण इस शब्द दा जो हुण इहदा घर दूजा किस तरह होएगा। और जो रहाओ दा पदा हुंदा है, वो हमेशा शब्द दे घर दे तो रिहा होया हुंदा है, उस तो भिन्न हुंदा है, उस तो वखरा हुंदा है। जो रहाओ दे पदे दा घर होएगा, हुण घर दी आपां दुबारा देखदे हां भी घर दा भाव की होया कि इहदा जो सानू सारा सेध है, गुरमत दी सेध इस पदे च जिहड़ी मिलनी है, वो 2 घरां च नहीं मिलनी, वो या 1 च मिलेगी या 3 च मिलेगी। हुण इहदे च असीं देखदे हां, मैं मन तेरी टेक मेरे प्यारे, मैं मन तेरी टेक, पहला कर अवर सियाणपा बिरथिया प्यारे। ये दूजा कर बाकी सियाणपा बिरथियां ने एक गल है, राखन को तुम एक दूसरी गल है, राखन को तुम एक तीसरा कर है। तो रहाओ दा पदा घर दे विधान अनुसार घर दूजे दे शब्द तो रिहा होया घर तीजे विच है। तो इस तो बाद साडा जदों ये तुरी हुण असीं देखदे हां कि इन्हां शब्दां विच ये हुण घर दूजे दा शब्द है कि ये तां पातशाह ने उपर लिखता। हुण घर दूजे दा शब्द दा की विलक्षण गल है कि हर सुनेहा 2-2 घरां दे सुमेल चों मिलेगा। हुण ये 2 घर जां तां इक्को तुक विच 2 हो सकदे ने, ते जां फिर जदों एक तुक विच 2 होणगे तां एक तुक नूं 2 बना के असीं वो समझांगे सुनेहा।
पर जेकर एक तुक विच एक घर ही होए तां फिर दो दो तुकां इकट्ठियां मिलणगियां। हुण इहदे च असीं देखदे हां कि दो तुकां किस तरह, ये सारियां तुकां ओह ने सारे पदे विच एक तुक विच एक घर है, पर दूजे तुक नाल मिल के पूरा सुनेहा बनदा है, कल्ला अपने आप ही सुनेहा नहीं है। सतगुर पूरा जे मिले प्यारे, सो जन होत निहाला। सो जन नू देखो किथे जाके जुड़ रहा है, सो जन ही कुंडा निकला है बाहर, सो जन होत निहाला, गुर की सेवा सो करे प्यारे। वो जन जेड़ा जिहदी गल पातशाह ने पहले तुक विच कही है, उसे दे नाल जुड़ी गल, गुर की सेवा सो करे प्यारे, जिसनू होए दयाला। तो ये दोने गल्लां जुड़ के एक सुनेहा होया। तो एक घर दूजे दी चलन इस तरह चलता है। हले पदा हले भी नहीं पूरा होया, 4 तुके पदा ते ओदे 4 तुकां ने, ते पहलियां 2 तुकां मिल के एक सुनेहा होया। फिर दूसरा सुनेहा अगलियां 2 तुकां विच, सफल मूरत गुरदेव स्वामी सर्व कला भरपूरे। जो सर्व कला भरपूरे है, दूसरी तुक, नानक गुर पार ब्रह्म परमेश्वर सदा सदा हजूरे। ये सदा सदा हजूरे वही है जो सर्व कला भरपूरे है, जिसका जिक्र पातशाह ने पहली तुक विच। तो दोनों तुकां नूं मिला के इसका पाठ होएगा, दोनों तुकां नूं मिला के समझा जाएगा, दोनों तुकां नूं मिला के इसका गायन होएगा। सफल मूरत गुरदेव स्वामी सर्व कला भरपूरे, नानक गुर पार ब्रह्म परमेश्वर सदा सदा हजूरे। तो इस दे नाल ये 2 एक सुनेहा पूरा होया। तो इन्हां दोनों सुनेहियां नूं मिला के पदे दी गुरमत दी सेध बनी। घर दूजे दा चलन इस तरह चलता है। ये पहला पदा होया। सबद दा दूसरा पदा, सुन सुन जीवा सोए तिना की। हुण सोए तिना की दा देखो एक कुंडा बाहर निकल रहा है। सुन सुन जीवा सोए तिना की, जिन अपना प्रभ जाता, हर नाम आराध है। हुण उन्हां तिना की दी गल इत्थे हुण इलैबोरेट हो रही है, तिन्हां की गल नूं विस्तार हो रहा है। वो कौन की करते ने, जिन अपना प्रभ जाता, वो तिन्हां दी गल की है, हर नाम आराध है, नाम वखाण है, हर नामे ही मन राता। ये हुण ये गल वखरी, ये अपने आप च अधूरी है। ये उहदे नाल जदों रलेगी तां रल के ये बनेगा, जोटे बन बन के हमेशा 2 दा जोटा बनेगा। घर दूजे दा मतलब 2 घर जुड़ के। इसे पदे विच अगलियां 2 तुकां, सेवक जन की सेवा मांगे। हुण ओ जन दी पातशाह ने गल कीती। जन एक जिहड़ी कड़ी है अगे जुड़न वास्ते। सेवक जन की सेवा मांगे, पूरे कर्म कमावा। मैनू मेरे वड्डे भाग पूरी बख्शिश आपदी होए ते मैनू उन्हां जन्नां दी उन्हां जन की सेवा मैनू मिले। नानक की बेनंती स्वामी तेरे जन देखण पावा। ये तेरे जन ओ जन ने जिस जिन्हां दे जन की सेवा दी असी पातशाह अरदास करन दी प्रेरणा कर रहे हैं। तो ये 2 जुड़ के एक सानू सुनेहा मिलिया। ये घर पहले च इस तरह नहीं होंदा। घर पहले च हर तुक विच एक संपूर्ण सुनेहा होंदा है। अगे चलदे हैं, कंप्लीट कर लिए। तीजा पदा, वड भागी से काढ़िए है। काढ़िए मतलब कह सकते हैं, कहिए उन्होंने, वड भागी कहे जा सकते हैं कर्मवाज। वड भागी से काढ़िए प्यारे, सत संगत जिना वासो, अमृत नाम आराधिए निर्मल, मनै होवे परगासो। किन्हां दे मनां च परगास होए? वड भागियां दे। ਉਹ ਜਿਹੜੇ ਪਹਿਲੀ ਤੁਕ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਹ ਇਸ ਤਰ੍ਹਾਂ ਘਰ ਦੂਜੇ ਦੀਆਂ ਦੋਨੇ ਕੜੀਆਂ ਮਿਲ ਕੇ ਸਾਨੂੰ ਸੰਪੂਰਨ ਸੁਨੇਹਾ ਹੁੰਦਾ। ਇਹਦਾ ਪਾਠ ਔਰ ਸਮਝਣਾ ਔਰ ਗਾਇਨ ਇਸ ਤਰ੍ਹਾਂ ਚਾਹੀਦਾ। ਜਦੋਂ ਪਾਤਸ਼ਾਹ ਕਹਿੰਦੇ ਨੇ ਕਿ ਯਾਨੜੀਏ ਕਹਿ ਕਰ ਗਾਵਣਾ, ਉਸ ਦਾ ਭਾਵ ਹੈ ਕਿ ਆ ਦੋ ਦਾ ਸੁਨੇਹਾ ਨੂੰ ਇਕੱਠਾ ਮਿਲਾ ਕੇ ਤੇ ਫਿਰ ਆਪਾਂ ਇਸ ਤਰ੍ਹਾਂ ਇਹਦਾ ਗਾਇਨ ਕਰਨਾ ਹੈ। ਫਿਰ ਆ ਗਿਆ ਜੀ ਅਗਲਾ 2 ਤੁਕਾਂ ਦੀ, जन्म मरण दुख काटिए प्यारे, चुके जम की काण है। हुण किन्ना दी चुके जम की काण है? जिन्हां ने जन्म दुख मरण दुख, जिन्हां दा जन्म मरण दुख कटिया गया, जम ते मरण दे नाल ही संबंधित है। ओदी काण, ओदी मुथाजी खत्म हो गई। तिना प्रापत, गुरु साहब ने हुण फिर कड़ी जोड़ी पिछों, तिना प्रापत दर्शन नानक जो प्रभ अपने पाने। तो इस तरह ये जो आ जिहड़ी तिना प्रापत है, ਇਹ ਘਰ ਦੂਜੇ ਦਾ ਜਦੋਂ ਸਾਨੂੰ ਵਿਧਾਨ ਦੀ ਸਮਝ ਸੋਝੀ ਆ ਜਾਂਦੀ ਹੈ ਤਾਂ ਅਸੀਂ
ਪਹਿਲਾਂ ਹੀ ਦੇਖਦੇ ਹਾਂ ਕਿ ਇਹਦੀ ਦੂਜੀ ਇੱਕ ਕੜੀ ਜੁੜਨੀ ਹੈ, ਉਹ ਜਾ ਕੇ ਜੁੜ ਜਾਂਦੀ ਹੈ। ਤੋ ਇਹ ਇਸ ਤਰ੍ਹਾਂ ਆਪਾਂ ਚੌਥਾ ਪਦਾ ਦੇਖਦੇ ਹਾਂ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣਾ ਹੈ ਗੁਣ ਤੇਰੇ। ਹੁਣ ਉਹਨਾਂ ਭਗਤਾਂ ਦੀ, ਉਹਨਾਂ ਅਭਿਲਾਖੀਆਂ ਦੀ ਗੱਲ ਹੋ ਰਹੀ ਹੈ। ਕੌਣ ਜਾਣੇ ਦੀ ਕੜੀ ਹੈ ਜਿਹੜੀ ਅੱਗੇ ਜੁੜਨੀ ਹੈ। ਜਿਹੜੇ ਗਾਵਤੇ, ਉਹ ਗਾ ਸਕਦੇ ਨੇ, ਗਾਣ ਨਾਲ ਹੀ ਉਧਰ ਜਾਣਗੇ। ਉਹ ਸੁਣਤੇ ਉਧਰ ਹੈ। ਉਹ ਇਉਂ ਕਰਦੇ ਕਰਦੇ ਉਹਨਾਂ ਦੇ ਸਾਰੇ ਪਾਪ ਕਨੇਰੇ ਬਿਨਸ ਜਾਣਗੇ, ਪਰ ਉਹ ਜਾਣੇ, ਤੈਨੂੰ ਜਾਣ ਤੇ ਨਹੀਂ ਸਕਦੇ। ਉਹ ਸਿਰਫ ਗਾ ਸਕਦੇ ਨੇ, ਤੈਨੂੰ ਸੁਣ ਸਕਦੇ ਨੇ। ਉਹ ਜਿਹੜੇ ਗਾ ਰਹੇ ਨੇ, ਸੁਣ ਰਹੇ ਨੇ, ਉਹਨਾਂ ਦੀ ਜ਼ਿਕਰ ਹੋ ਰਿਹਾ ਹੈ, ਕੌਣ ਜਾਣਾ। ਤੋ ਇਸ ਤਰ੍ਹਾਂ ਦੋਨੇ ਗੱਲਾਂ ਕਿਵੇਂ ਜੁੜੀਆਂ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣਾ ਗੁਣ ਤੇਰੇ, ਗਾਵਤੇ ਉਧਰ ਹੈ ਸੁਣਤੇ ਉਧਰ ਹੈ, ਬਿਨਸ ਹੈ ਪਾਪ ਕਨੇਰੇ। ਇਹ ਕਰ ਦੂਜੇ ਦਾ ਚੱਲਣ ਹੈ, ਇਹ ਕਰ ਦੂਜੇ ਵਿੱਚ ਗਾਵਣਾ ਹੈ। ਔਰ ਪਾਤਸ਼ਾਹ ਨੇ ਇਹ ਯਾਨੜੀਏ ਕਹਿ ਕਰ ਗਾਵਣਾ ਹੈ। ਅਗਲਾ ਆਖਰੀ ਜੋ ਸੁਨੇਹਾ ਹੈ, ਦੋ ਤੁਕਾਂ ਨੂੰ ਮਿਲ ਕੇ ਬਣੇਗਾ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਉਹ ਜੋ ਤਾਰ ਦਿੰਦਾ ਹੈ, ਉਹ ਪਾਰ ਕਰ ਦਿੰਦਾ ਹੈ। ਉਹ ਉਸ ਦੀ ਗੱਲ, ਨਾਨਕ ਦਾਸ ਤੇਰੀ ਸ਼ਰਨ ਆਈ। ਤੇਰੀ ਉਹ ਵਾਲਾ ਜਿਹੜਾ ਤਾਰਦਾ ਹੈ, ਜਿਹੜਾ ਪਾਰ ਕਰ ਦਿੰਦਾ ਹੈ। ਮੈਂ ਸਦਾ ਸਦਾ ਬਲਿਹਾਰੇ ਜਾਵਾਂ, ਪਸ਼ੂ ਪ੍ਰੇਤ ਮੁਗਧ ਕੋ ਤਾਰੈ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸ਼ਰਨ ਆਈ, ਸਦਾ ਸਦਾ ਬਲਿਹਾਰੇ। ਜੇ ਨਾਨਕ ਦਾਸ ਤੇਰੀ ਸ਼ਰਨ ਆਈ ਵੱਖਰਾ ਹੁੰਦਾ ਤੇ ਕਿੰਨਾ ਭਿੰਨ ਹੋ ਜਾਂਦੇ ਹਾਂ ਅਸੀਂ। ਤੇ ਜਦੋਂ ਅਸੀਂ ਗੁਰੂ ਸਾਹਿਬ ਦੀ ਫੜਾਈ ਹੋਈ ਉਂਗਲ ਨੂੰ ਫੜ ਕੇ ਕਰਦੇ ਹਾਂ ਪਾਠ, ਤੇ ਉਸ ਤਰ੍ਹਾਂ ਅਸੀਂ ਸਮਝਦੇ ਹਾਂ, ਉਸ ਤਰ੍ਹਾਂ ਅਸੀਂ ਗਾਇਨ ਕਰਦੇ ਹਾਂ, ਤੇ ਸਾਡੇ ਕੋਲ ਕੀ ਕੁਝ ਪ੍ਰਾਪਤ ਹੁੰਦਾ ਹੈ। ਤੋ ਇਹ ਵਿਚਾਰ ਸੀ। ਉਪਰੋਕਤ ਸਾਰੇ ਚਾਰੇ ਪਦੇ ਸ਼ਬਦ ਦੇ ਜੋ ਹਨ, ਇਹ ਘਰ ਦੂਜੇ ਵਿੱਚ ਇਉਂ ਹਨ। ਤੋ ਇਸ ਤਰ੍ਹਾਂ ਇਹ ਜੋ ਪਾਤਸ਼ਾਹ ਦਾ ਫਰਮਾਨ ਹੈ, ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਦੂਜਾ ਯਾਨੜੀਏ ਕਹਿ ਕਰ ਗਾਵਣਾ, ਇਹ ਇਸ ਤਰ੍ਹਾਂ ਇਸ ਦੀ ਸਾਨੂੰ ਚਿੱਟਾ ਪਾਤਸ਼ਾਹ ਤੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।